ਜਿਹੜੇ 32 ਪਰਮਿਟਸ ਦੀ ਇਹ ਗੱਲ ਕਰ ਰਹੇ ਹੈ ਕਿ ਸਾਡੇ ਰੱਦ ਕੀਤੇ ਸੀ, ਉਹਨਾਂ ਵਿੱਚੋਂ 8 ਪਰਮਿਟ ਐਸੇ ਹੈ ਜਿਹੜੇ ਇਹਨਾਂ ਨੇ ਰੀਨਿਊ ਹੀ ਨਹੀਂ ਕਰਾਏ ਕਦੇ। ਉਹ ਵੀ ਇਹਨਾਂ ਨੇ ਮੇਰਾ ਖਿਆਲ ਮਾਨਯੋਗ ਹਾਈ ਕੋਰਟ ਨੂੰ ਮਿਸਲੀਡ ਕੀਤਾ ਹੈ। ਜਿਹੜੇ ਪਰਮਿਟ ਰੀਨਿਊ ਹੀ ਨਹੀਂ ਹੈ, ਤੁਸੀਂ ਉਹਨਾਂ ਨੂੰ ਚਲਾ ਰਹੇ ਹੋ। ਸੋ ਅਸੀਂ ਆਉਣ ਵਾਲੇ ਸਮੇਂ 'ਚ ਸਾਡੇ ਵਕੀਲ ਸਾਹਿਬਾਨ ਮਾਨਯੋਗ ਹਾਈ ਕੋਰਟ ਦੇ ਅੱਗੇ ਆਪਦੇ ਜਿਹੜੇ ਪੱਖ ਹੈ ਉਹ ਅਸੀਂ ਰੱਖਾਂਗੇ। ਸਾਨੂੰ ਪੂਰਨ ਉਮੀਦ ਹੈ ਕਿ ਜਦੋਂ ਅਸੀਂ ਪੱਖ ਰੱਖਾਂਗੇ ਤੇ ਉਹ ਫੈਸਲੇ ਵੀ ਸਾਡੇ ਹੱਕ ਵਿੱਚ ਆਉਣਗੇ। ਇਸ ਤੋਂ ਪਹਿਲਾਂ ਦੇ ਜਿੰਨੇ ਵੀ ਟੈਕਸਿਸ ਹੈਗੇ ਨੇ ਆਟੋ ਰਿਕਸ਼ਾਸ ਦੇ, ਐਜ਼ ਪਰ ਐਜ਼ ਚੀਫ ਮਿਨਿਸਟਰ ਅਨਾਉਂਸਮੈਂਟ, ਉਹ ਸਾਰੇ 2000 ਇਸ ਤੋਂ ਪਹਿਲਾਂ ਵਾਲੇ ਮਾਫ ਕਰ ਦਿੱਤੇ ਜਾਣਗੇ। 2-3 ਘੰਟੇ ਉੱਥੇ ਲੋਕ ਖੱਜਲ ਖੁਆਰ ਹੁੰਦੇ ਨੇ, ਇਹਦੇ ਪਿੱਛੇ ਕੀ ਕਾਰਨ ਹੈ ਜੀ? ਕੀ ਰਿਪੋਰਟ ਆਈ? ਉਹ ਕਹਿੰਦੇ ਸਾਡੇ ਜਿਹੜੇ ਪਰਮਿਟ ਹੈ ਉਹ ਹਾਈ ਕੋਰਟ ਨੇ ਬਹਾਲ ਕਰ ਦਿੱਤੇ ਨੇ ਤੇ ਉਹ ਟਾਈਮ ਟੇਬਲ ਵੀ ਰੱਦ ਕਰ ਦਿੱਤੇ ਨੇ ਜਿਹੜੇ ਤੁਸੀਂ ਬਣਾਏ ਸੀ ਪਿਛਲੇ ਦਿਨ। ਇਸ ਨੂੰ ਲੈ ਕੇ ਉੱਥੇ ਆਮ ਲੋਕ ਉੱਥੇ ਪਰੇਸ਼ਾਨ ਹੋਏ ਨੇ। ਇਹਦੇ ਪਿੱਛੇ ਦਾ ਕੀ ਹੈ? ਲੇਕਿਨ ਕਿਸੇ ਪ੍ਰਕਾਰ ਦੀ ਕੋਈ ਬਦਮਾਸ਼ੀ ਨਹੀਂ ਚੱਲਣ ਦਿਆਂਗੇ। ਮੈਂ ਪਟਿਆਲੇ ਤੇ ਵੀ ਪਤਾ ਕਰਦਾ, ਲੇਕਿਨ ਬਠਿੰਡਾ 'ਚ ਉਹਨਾਂ ਦੇ ਲੋਕਾਂ ਨੇ ਇਦਾਂ ਹੀ ਕੀਤਾ, ਲੇਕਿਨ ਉਹਨਾਂ ਦੇ ਬਣਦੀ ਕਾਰਵਾਈ ਪੁਲਿਸ ਮਹਿਕਮਾ ਕਰ ਰਿਹਾ ਹੈ। ਕੇਬਲ ਮਾਫੀਆ ਦਾ ਜ਼ਿਕਰ ਹੋ ਰਿਹਾ ਸੀ, 100 ਰੁਪਏ ਦਾ ਗਿਆ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ 100 ਰੁਪਏ ਦਾ ਦੇ ਸਰਕਾਰ ਕੁਝ ਵੀ ਕਰ ਸਕਦੀ ਹੈ। ਸਰਕਾਰ ਨੇ ਜੋ ਵੀ ਫੈਸਲਾ ਲੈਣਾ ਹੈ, ਸਰਕਾਰ ਨੇ ਫੈਸਲਾ ਲੈਣਾ ਹੈ। तो अगर सरकार चाहती है, जो चन्नी साहब चाहते हैं, पंजाब का मुख्यमंत्री ये चाहता है, तो कैबिनेट चाहती है, तो फिर सब कुछ हो सकता है। वो कहते सी ट्राई का मसला है, केंद्र के अंडर आता है, इस दे विच सूबा सरकार नहीं इस तरह इंटरवीन कर सकती। वो कहते सानू रेट ही जिहड़ा है वो 130 रुपए ट्राई देती है और उस तो बाद 23 रुपए से GST लगती है। सो मैनू लगता है कि ये सरकार च दम होना चाहिए, बल होना चाहिए फैसला लैन का, तो सब कुछ हो सकता है। तो थोड़े सामने 3 रुपए बिजली भी सस्ती करती, तो पावर परचेज एग्रीमेंट भी उड़ाते। 100 रुपए का रेट है 1990 के ਵਿੱਚ 30 ਸਾਲ ਪਹਿਲਾਂ। 30 ਸਾਲ ਬਾਅਦ ਫਿਰ ਉਹ ਰੇਟ ਦੇ ਰਹੇ ਹੋ, ਪਰ ਬਾਕੀ ਚੀਜ਼ਾਂ ਦੀ ਗੱਲ ਕੀਤੀ, ਉਹਨਾਂ ਨੇ ਪੈਟਰੋਲ ਡੀਜ਼ਲ ਦੀ ਗੱਲ ਕੀਤੀ, ਤਾਂ ਸਰਕਾਰ ਸਿਰਫ ਕੇਬਲਾਂ ਦੇ ਪਿੱਛੇ ਕਿਉਂ? सरकार किसी केबल वाले के पिछे, और तुसी ये सवाल मेरे तो करोगे, जिन्ना तुसी ये सवाल करोगे, अगर मीडिया एक सवाल करेगा कि सरकार केबल वाले के पिछे क्यों पई है, तो मैनू लगता फिर कोई गल ही नहीं रह जाती। तुसी दस दिओ कि केबल वाले ने लुटिया कि नहीं लुटिया, मैं थोड़ी पूछना चाहना। एटलीस्ट जिहड़ा दिल किया, कई चैनल्स फेल करते उन्होंने, कई लोग मार दिते उन्होंने, अपनी मर्जी नाल उन्होंने रिलीज़ किया। कम से कम तुहानू एप्रीशिएट जरूर करना चाहिए है कि केबल माफिया खत्म होना चाहिए है। प्रधान मुख्यमंत्री साहब नूं मिले सन, ते मुख्यमंत्री साहब ने उन्होंने विश्वास दवाया कि आने वाले समय ट्रक यूनियन का असी ऐसा कोई सिस्टम लैके आवांगे जिहदे नाल किसी व्यापारी नूं, कारोबारी नूं कोई नुकसान ना पहुंचे, तो दोबारा फिर तो ट्रक यूनियंस का गठन कर दिता जाएगा। ये बारे अज उन्होंने सलाह मशवरा शुरू किया है, और मैनू उम्मीद है कि असी आने वाले समय दे विच ये फैसला भी इन्हां दोनों व्यापारी लोगों नाल ते यूनियन वालियां नाल बैठ के, ਤਾਂ ਜੋ ਕਿਸੇ ਵਪਾਰੀ ਭਰਾ ਦਾ ਕੋਈ ਨੁਕਸਾਨ ਨਾ ਹੋਵੇ, ਇਹਦੇ ਫੈਸਲੇ ਤੇ ਵੀ ਮੋਹਰ ਲਾ ਦਿੱਤੀ ਜਾਏਗੀ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ, ਉਹਦੇ 'ਚ ਮੈਂ ਇੰਨਾ ਹੀ ਤੁਹਾਨੂੰ ਦੱਸਣਾ ਚਾਹੁੰਦਾ, ਔਰ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿਹੜੇ ਉਹ 73 ਇੰਟੀਗਰਲ ਕੋਚਸ ਵਾਲੇ ਅਸੀਂ ਪਰਮਿਟ ਰੱਦ ਕੀਤੇ, ਜਿਹੜੇ 32 ਪਰਮਿਟਸ ਦੀ ਇਹ ਗੱਲ ਕਰ ਰਹੇ ਹੈ ਕਿ ਸਾਡੇ ਰੱਦ ਕੀਤੇ ਸੀ, ਉਹਨਾਂ ਵਿੱਚੋਂ 8 ਪਰਮਿਟ ਐਸੇ ਹੈ ਜਿਹੜੇ ਇਹਨਾਂ ਨੇ ਰੀਨਿਊ ਹੀ ਨਹੀਂ ਕਰਾਏ ਕਦੇ। ਉਹ ਵੀ ਇਹਨਾਂ ਨੇ ਮੇਰਾ ਖਿਆਲ ਮਾਨਯੋਗ ਹਾਈ ਕੋਰਟ ਨੂੰ ਮਿਸਲੀਡ ਕੀਤਾ। ਜਿਹੜੇ ਪਰਮਿਟ ਰੀਨਿਊ ਹੀ ਨਹੀਂ ਹੈ, ਤੁਸੀਂ ਉਹਨਾਂ ਨੂੰ ਚਲਾ ਰਹੇ ਹੋ, ਦੈਟ ਮੀਨਸ ਉਹਦਾ ਵੈਲਿਡ ਹੀ ਨਹੀਂ ਹੈ ਪਰਮਿਟ। ਸੋ ਅਸੀਂ ਆਉਣ ਵਾਲੇ ਸਮੇਂ 'ਚ ਸਾਡੇ ਵਕੀਲ ਸਾਹਿਬਾਨ ਮਾਨਯੋਗ ਹਾਈ ਕੋਰਟ ਦੇ ਅੱਗੇ ਆਪਦੇ ਜਿਹੜੇ ਪੱਖ ਹੈ ਉਹ ਅਸੀਂ ਰੱਖਾਂਗੇ। ਸਾਨੂੰ ਪੂਰਨ ਉਮੀਦ ਹੈ ਕਿ ਜਦੋਂ ਅਸੀਂ ਪੱਖ ਰੱਖਾਂਗੇ ਤੇ
ਉਹ ਫੈਸਲੇ ਵੀ ਸਾਡੇ ਹੱਕ ਵਿੱਚ ਆਉਣਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਆਏ। ਕਿਸੇ ਦੇ ਕੋਈ ਸਵਾਲ ਹੈਗੇ ਤਾਂ ਮੇਰੇ ਤੋਂ ਕਰ ਸਕਦੇ ਸਰ ਹੋ। ਇਹ ਕਲੀਅਰ ਕਰਦੇ ਜਿਹੜੇ ਆਟੋ ਰਿਕਸ਼ਾ ਵਾਲਿਆਂ ਦੇ ਟੈਕਸ ਜਿਹੜੇ ਨੇ ਸਾਰੇ ਓਵਰਆਲ ਕਦੋਂ ਤੋਂ ਕਦੋਂ ਤੱਕ ਦੇ ਜਿਹੜੇ ਟੈਕਸ ਨੇ ਉਹ ਮਾਫ ਹੋਣਗੇ? ਇਸ ਤੋਂ ਪਹਿਲਾਂ ਦੇ ਜਿੰਨੇ ਵੀ ਟੈਕਸਿਸ ਹੈਗੇ ਨੇ ਆਟੋ ਰਿਕਸ਼ਾਸ ਦੇ, ਐਜ਼ ਪਰ ਐਜ਼ ਚੀਫ ਮਿਨਿਸਟਰ ਅਨਾਉਂਸਮੈਂਟ, ਉਹ ਸਾਰੇ 2000 ਇਸ ਤੋਂ ਪਹਿਲਾਂ ਵਾਲੇ ਮਾਫ ਕਰ ਦਿੱਤੇ ਜਾਣਗੇ। ਵੜਿੰਗ ਸਾਹਿਬ, ਤੁਸੀਂ ਪਿਛਲੀ ਪੀਸੀ 'ਚ ਗਿਆ ਸੀ, ਮਨਪ੍ਰੀਤ ਬਾਦਲ ਹੋਰਾਂ ਦਾ ਬਕਾਇਆ ਪਿਆ, ਉਹਨਾਂ ਨੇ ਟੈਕਸ ਭਰਤਾ ਜਾਂ ਉਹਨਾਂ ਦੀਆਂ ਵੀ ਬੱਸਾਂ ਤੁਸੀਂ ਜ਼ਬਤ ਕਰੋਗੇ? ਮੈਨੂੰ ਇਸ ਬਾਰੇ ਹੁਣ ਮੈਂ 2-4 ਦਿਨਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਲੇਗੀ। ਕਾਫੀ ਸਾਡੇ ਕੋਲ ਇਹ ਟੈਕਸਿਸ ਆਏ ਨੇ, ਅਲੱਗ-ਅਲੱਗ ਕੰਪਨੀਆਂ ਦੇ ਆਏ ਨੇ, ਛੋਟੇ ਆਪਰੇਟਰਸ ਨੇ ਵੀ ਸਾਡੇ OTP ਸਾਥੋਂ ਮੰਗੇ ਨੇ, ਸਾਡੇ RTS ਨੇ ਇਨਫੋਰਮੇਸ਼ਨ ਦਿੱਤੀ ਹੈ, ਲੇਕਿਨ ਕਾਫੀ ਟੈਕਸ ਇਕੱਠਾ ਹੋਇਆ। ਨੈਕਸਟ PC 2-4 ਦਿਨਾਂ 'ਚ ਅਸੀਂ ਤੁਹਾਨੂੰ ਪੂਰਾ ਡੇਟਾ ਦੇਵਾਂਗੇ ਕਿ ਕਿਹੜੀ ਕੰਪਨੀ ਨੇ ਕਿੰਨਾ ਟੈਕਸ ਐਂਡ ਟੋਟਲ ਟੈਕਸ ਸਾਡੇ ਕੋਲੇ ਰੈਵਨਿਊ ਕਿੰਨਾ ਆਇਆ ਦੱਸ ਦਿਆਂਗੇ। ਬਟ ਮੈਨੂੰ ਇਹ ਜਾਣਕਾਰੀ ਨਹੀਂ ਹੈ ਕਿ ਸਪੈਸ਼ਲੀ ਕੋਈ ਮਨਪ੍ਰੀਤ ਬਾਦਲ ਜੀ ਦਾ ਟੈਕਸ ਆ ਗਿਆ ਕਿ ਰਹਿੰਦਾ ਹੈ। ਬੜਿੰਗ ਸਰ, ਪਟਿਆਲੇ ਦੇ ਵਿੱਚ ਅੱਜ ਔਰਬਿਟ ਟਰਾਂਸਪੋਰਟਰਾਂ ਨੇ ਜਿਹੜੇ ਉਹਨਾਂ ਦੇ ਹੈਗੇ ਅਕਰੇਮੀ, ਉਹਨਾਂ ਨੇ ਅੱਜ ਬੱਸ ਅੱਡਾ ਹੀ ਜਾਮ ਕਰ ਦਿੱਤਾ, ਮਤਲਬ ਬਲੌਕ ਕਰ ਦਿੱਤਾ ਗਿਆ। 2-3 ਘੰਟੇ ਉੱਥੇ ਲੋਕ ਖੱਜਲ ਖੁਆਰ ਹੁੰਦੇ ਰਹੇ। ਇਹਦੇ ਪਿੱਛੇ ਕੀ ਕਾਰਨ ਹੈ ਜੀ? ਕੀ ਰਿਪੋਰਟ ਆਈ ਹੈ? ਉਹ ਕਹਿੰਦੇ ਸਾਡੇ ਜਿਹੜੇ ਪਰਮਿਟ ਹੈ ਉਹ ਹਾਈ ਕੋਰਟ ਨੇ ਬਹਾਲ ਕਰ ਦਿੱਤੇ ਨੇ ਤੇ ਉਹ ਟਾਈਮ ਟੇਬਲ ਵੀ ਰੱਦ ਕਰ ਦਿੱਤੇ ਨੇ ਜਿਹੜੇ ਤੁਸੀਂ ਬਣਾਏ ਸੀ ਪਿਛਲੇ ਦਿਨੀ। ਇਸ ਨੂੰ ਲੈ ਕੇ ਜਿੱਥੇ ਆਮ ਲੋਕ ਉੱਥੇ ਪਰੇਸ਼ਾਨ ਹੋਏ ਨੇ, ਇਹਦੇ ਪਿੱਛੇ ਦਾ ਕੀ ਹੈ? ਦੇਖੋ ਜੀ, ਇਹ ਪੂਰਨ ਤੌਰ ਤੇ ਬਦਮਾਸ਼ੀ ਹੈ। ਨਾਟ ਓਨਲੀ ਪਟਿਆਲਾ, ਮੈਨੂੰ ਪਟਿਆਲਾ ਦੀ ਇਨਫੋਰਮੇਸ਼ਨ ਨਹੀਂ ਹੈ ਮਾਨਸ਼ਈਆ ਸਾਹਿਬ, ਲੇਕਿਨ ਮੈਨੂੰ ਬਠਿੰਡਾ ਦੀ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਸਾਡੇ GMs ਨੇ ਉਹਨਾਂ ਦੇ ਖਿਲਾਫ ਕਾਰਵਾਈ ਲਿਖ ਕੇ ਜਿਹੜਾ ਅਸੀਂ SSP ਨੂੰ ਸੌਂਪੀ ਹੈ। ਮੈਨੂੰ ਲੱਗਦਾ ਕਿ ਹਜੇ ਵੀ ਉਹ ਲੋਕ ਬਦਮਾਸ਼ੀ ਕਦੇ ਨਾ ਕਦੇ, ਕਿਉਂਕਿ ਪੁਰਾਣਾ ਉਹ ਜਿਹੜਾ ਗੱਲ ਹੈ ਉਹਨਾਂ ਦੇ ਹਜਮ ਨਹੀਂ ਆ ਰਹੀ, ਲੇਕਿਨ ਕਿਸੇ ਪ੍ਰਕਾਰ ਦੀ ਕੋਈ ਬਦਮਾਸ਼ੀ ਨਹੀਂ ਚੱਲਣ ਦਿਆਂਗੇ। ਮੈਂ ਪਟਿਆਲੇ ਤੇ ਵੀ ਪਤਾ ਕਰਦਾ, ਲੇਕਿਨ ਬਠਿੰਡਾ 'ਚ ਉਹਨਾਂ ਦੇ ਲੋਕਾਂ ਨੇ ਇਦਾਂ ਹੀ ਕੀਤਾ, ਲੇਕਿਨ ਉਹਨਾਂ ਦੇ ਬੰਦੀ ਕਾਰਵਾਈ ਪੁਲਿਸ ਮਹਿਕਮਾ ਕਰ ਰਿਹਾ ਹੈ। ਵੜਿੰਗ ਸਾਹਿਬ, 100 ਰੁਪਏ ਕੇਬਲ ਮਾਫੀਆ ਦਾ ਜ਼ਿਕਰ ਹੋ ਰਿਹਾ ਸੀ, 100 ਰੁਪਏ ਦਾ ਕਿਹਾ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਕਿ 100 ਰੁਪਏ ਤਾਂ ਦੇ ਹੀ ਨਹੀਂ ਸਕਦੇ। ਸਰਕਾਰ ਕੁਝ ਵੀ ਕਰ ਸਕਦੀ ਹੈ। ਸਰਕਾਰ ਨੇ ਜੋ ਵੀ ਫੈਸਲਾ ਲੈਣਾ ਹੈ, ਸਰਕਾਰ ਨੇ ਫੈਸਲਾ ਲੈਣਾ ਹੈ। तो अगर सरकार चाहती है, जो चन्नी साहब चाहते हैं, पंजाब का मुख्यमंत्री ये चाहता है, तो कैबिनेट चाहती है, तो फिर सब कुछ हो सकता है। ਉਹ ਕਹਿੰਦੇ ਜੀ ਟਰਾਈ ਦਾ ਮਸਲਾ ਹੈ, ਕੇਂਦਰ ਦੇ ਅੰਡਰ ਆਉਂਦਾ ਹੈ, ਇਸ ਦੇ ਵਿੱਚ ਸੂਬਾ ਸਰਕਾਰ ਨਹੀਂ ਇਸ ਤਰ੍ਹਾਂ ਇੰਟਰਵੀਨ ਕਰ ਸਕਦੀ। ਉਹ ਕਹਿੰਦੇ ਸਾਨੂੰ ਰੇਟ ਹੀ ਜਿਹੜਾ ਹੈ ਉਹ 130 ਰੁਪਏ ਟਰਾਈ ਦਿੰਦੀ ਹੈ ਔਰ ਉਸ ਤੋਂ ਬਾਅਦ 23 ਰੁਪਏ ਤੇ GST ਲੱਗਦੀ ਹੈ। ਦੇਖੋ ਜੀ, ਇਹ ਵੀ ਕਿਹਾ ਜਾਂਦਾ ਸੀ ਕਿ ਇਹ ਤਾਂ ਐਗਰੀਮੈਂਟਸ ਜਿਹੜੇ ਅਕਾਲੀ ਦਲ ਕਰ ਗਿਆ ਇਹ ਤਾਂ ਵਾਪਸ ਲਈ ਨਹੀਂ ਜਾ ਸਕਦੇ, ਪਾਵਰ ਪਰਚੇਸ ਐਗਰੀਮੈਂਟਸ। ਅੱਜ ਉੱਦਾਂ ਤੇ ਪਿਛਲੀ ਸਰਕਾਰ ਇਹੀ ਕਹਿੰਦੀ ਰਹੀ, ਲੋਕ ਵੀ ਇਹ ਕਹਿੰਦੇ ਰਹੇ, ਬੁੱਧੀਜੀਵ ਵੀ ਇਹ ਗੱਲ ਕਹਿੰਦੇ ਰਹੇ। ਸੋ ਮੈਨੂੰ ਲੱਗਦਾ ਕਿ ਇਹ ਸਰਕਾਰ 'ਚ ਦਮ ਹੋਣਾ ਚਾਹੀਦਾ ਹੈ, ਬਲ ਹੋਣਾ ਚਾਹੀਦਾ ਫੈਸਲਾ ਲੈਣ ਦਾ, ਤੇ ਸਭ ਕੁਝ ਹੋ ਸਕਦਾ ਹੈ। ਤੇ ਤੁਹਾਡੇ ਸਾਹਮਣੇ 3 ਰੁਪਏ ਬਿਜਲੀ ਵੀ ਸਸਤੀ ਕਰਤੀ ਤੇ ਪਾਵਰ ਪਰਚੇਜ਼ ਐਗਰੀਮੈਂਟ ਵੀ ਉਡਾਤੇ। ਉਹਨਾਂ ਨੇ ਕਿਹਾ ਜਿਹੜਾ 100 ਰੁਪਏ ਦਾ ਰੇਟ ਆ 1990 ਦੇ ਵਿੱਚ ਸੀ, ਅੱਜ ਤੋਂ 30 ਸਾਲ ਪਹਿਲਾਂ। 30 ਸਾਲ ਬਾਅਦ ਫਿਰ ਉਹ ਰੇਟ ਦੇ ਰਹੇ ਹੋ, ਪਰ ਬਾਕੀ ਚੀਜ਼ਾਂ ਦੀ ਗੱਲ ਕੀਤੀ ਉਹਨਾਂ ਨੇ, ਪੈਟਰੋਲ ਡੀਜ਼ਲ ਦੀ ਗੱਲ ਕੀਤੀ, ਤਾਂ ਸਰਕਾਰ ਸਿਰਫ ਕੇਬਲ ਵਾਲਿਆਂ ਦੇ ਪਿੱਛੇ ਕਿਉਂ ਪਈ ਹੈ? ਸਰਕਾਰ ਕਿਸੇ ਕੇਬਲ ਵਾਲੇ ਦੇ ਪਿੱਛੇ, ਔਰ ਤੁਸੀਂ ਇਹ ਸਵਾਲ ਮੇਰੇ ਤੋਂ ਕਰੋਗੇ, ਜਿੰਨਾ ਤੁਸੀਂ ਇਹ ਸਵਾਲ ਕਰੋਗੇ, ਅਗਰ ਮੀਡੀਆ ਇਹ ਸਵਾਲ ਕਰੇਗਾ ਕਿ ਸਰਕਾਰ ਕੇਬਲ ਵਾਲਿਆਂ ਦੇ ਪਿੱਛੇ ਕਿਉਂ ਪਈ ਹੈ, ਤਾਂ ਮੈਨੂੰ ਲੱਗਦਾ ਫਿਰ ਕੋਈ ਗੱਲ ਹੀ ਨਹੀਂ ਰਹਿ ਜਾਂਦੀ। ਤੁਸੀਂ ਦੱਸ ਦਿਓ ਕਿ ਕੇਬਲ ਵਾਲਿਆਂ ਨੇ ਲੁੱਟਿਆ ਕਿ ਨਹੀਂ ਲੁੱਟਿਆ। ਮੈਂ ਤੁਹਾਨੂੰ ਹੀ ਪੁੱਛਣਾ ਚਾਹੁੰਦਾ, ਐਟਲੀਸਟ ਜਿਹੜਾ ਦਿਲ ਕੀਤਾ, ਕਈ ਚੈਨਲਸ ਫੇਲ ਕਰਤੇ ਉਹਨਾਂ ਨੇ, ਕਈ ਲੋਕ ਮਾਰ ਦਿੱਤੇ ਉਹਨਾਂ ਨੇ, ਆਪਦੀ ਮਰਜ਼ੀ ਨਾਲ ਉਹਨਾਂ ਨੂੰ ਰਿਲੀਜ਼ ਕੀਤਾ। ਕਮ ਸੇ ਕਮ ਤੁਹਾਨੂੰ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਹੈ ਕਿ ਕੇਬਲ ਮਾਫੀਆ ਖਤਮ ਹੋਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਲੁੱਟ ਲਿਆ ਪੰਜਾਬ ਨੂੰ, ਉਹਨਾਂ ਦੇ ਅਗਰ ਮੀਡੀਆ ਇਹ ਗੱਲ ਕਰੇਗੀ ਵੀ ਤੁਸੀਂ ਉਹਨਾਂ ਦੇ ਪਿੱਛੇ ਪਏ ਹੋ, ਤਾਂ ਫਿਰ ਤਾਂ ਬਹੁਤ ਮਾੜੀ ਗੱਲ ਹੈ ਦੋਸਤੋ। ਵੜਿੰਗ ਸਾਹਿਬ, ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸਵਾਲ ਕਿ ਇੱਕ ਮੋਨੋਪਲੀ ਹੈ, ਕੇਬਲ ਵਿੱਚ ਇੱਕ ਮੋਨੋਪਲੀ ਹੈ, ਮਾਫੀਆ ਦੀ ਜਦੋਂ ਗੱਲ ਹੋ ਰਹੀ ਸੀ, ਉਹਨਾਂ ਨੇ ਕਿਹਾ ਕੋਈ ਮੋਨੋਪਲੀ ਨਹੀਂ। ਉਹ ਕਹਿੰਦੇ ਜਿਸ ਦਾ ਕੰਮ ਚੱਲ ਜਾਂਦਾ ਉਸ ਦੇ ਨਾਂ ਦੇ ਨਾਲ ਮਾਫੀਆ ਜੁੜ ਜਾਂਦਾ, ਚਾਹੇ ਉਹ ਟਰਾਂਸਪੋਰਟ ਹੋਵੇ, ਚਾਹੇ ਕੇਬਲ ਹੋਵੇ। ਤੁਸੀਂ ਦੱਸ ਦਿਓ ਮੋਨੋਪਲੀ ਹੈਗੀ ਹੈ ਕਿ ਨਹੀਂ ਹੈਗੀ। ਦਿਸ ਇਜ਼ ਅਪ ਟੂ ਯੂ, ਤੁਸੀਂ ਯੂ ਕੈਨ ਰਾਈਟ ਇਟ ਡਾਊਨ। ਤੁਹਾਨੂੰ ਜ਼ਿਆਦਾ ਪਤਾ ਹੈ ਕਿ ਮੋਨੋਪਲੀ ਹੈਗੀ ਹੈ ਕਿ ਨਹੀਂ। ਤੁਸੀਂ ਦੱਸ ਦਿਓ ਕਿ ਟਰਾਂਸਪੋਰਟ 'ਚ ਮੋਨੋਪਲੀ ਹੈਗੀ ਸੀ ਕਿ ਨਹੀਂ ਹੈਗੀ ਸੀ। ਜੋ ਨਾਮ ਇਦਾਂ ਨਹੀਂ ਜੁੜਦਾ, ਨਾਮ ਕਿਸੇ ਗੱਲ ਕਰਕੇ ਜੁੜਦਾ ਹੈ। ਮੋਨੋਪਲੀ ਸੀ ਤਾਂ ਉਹਨਾਂ ਦਾ ਨਾਮ ਜੁੜਦਾ ਹੈ। ਆ ਬੱਸਿਸ 1 ਲੱਖ ਕਿਲੋਮੀਟਰ ਦਾ ਹੇਰ ਫੇਰ ਹੈ ਯਾਰ, 1 ਲੱਖ ਕਿਲੋਮੀਟਰ ਦਾ। ਅੱਜ ਹਾਈ ਕੋਰਟ ਚਲੇ ਗਏ ਸਟਾਰਟ ਦੇ ਖਿਲਾਫ ਕਿ ਜਿਹੜਾ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਸੀ ਕਿ 15 ਦਿਨਾਂ ਦੇ ਅੰਦਰ ਅੰਦਰ ਸਟਾਰਟ ਫੈਸਲਾ ਕਰੇ। ਉਹਦੇ 'ਚ ਰਾਜਗੁਰੂ, ਆਰਬਿਟ ਐਵੀਏਸ਼ਨ ਤੇ ਇੱਕ ਅਮਰੀਕ,
ਜਿਹੜੀ ਰਾਜਗੁਰੂ ਵੀ ਇਹਨਾਂ ਨੇ ਲਈ ਵੀ ਆ। ਅੱਜ ਮੈਨੂੰ ਪਤਾ, ਮੈਂ ਪਤਾ ਕਰਿਆ ਕਿ ਜਿਹੜੀ SLP ਦਾਖਲ ਹੋਈ ਹੈ ਇਹ ਰਾਜਗੁਰੂ ਕੀ ਰਹੀ ਹੈ। ਚਲੋ ਰਾਜਧਾਨੀ ਤਾਂ ਉਹਨਾਂ ਦੀ ਹੈ, ਇਹ ਰਾਜਗੁਰੂ ਕੀ ਰਹੀ ਹੈ। ਤਾਂ ਪਤਾ ਲੱਗਿਆ ਕਿ ਰਾਜਗੁਰੂ ਵੀ ਜਿਹੜੀ ਹੈ ਇਹਨੂੰ ਵੀ ਸੁਖਬੀਰ ਓਨ ਕਰਦਾ ਹੈ। ਇੰਨੀਆਂ ਕੰਪਨੀਆਂ ਹੈ, ਕਿਸੇ ਨੂੰ ਪਤਾ ਹੀ ਨਹੀਂ ਕਿ ਰਾਜਧਾਨੀ ਇਹ ਓਨ ਕਰਦੇ ਹੈ, ਕਿਸੇ ਨੂੰ ਪਤਾ ਹੀ ਨਹੀਂ ਕਿ ਸਵਾਗਤਮ ਕੰਪਨੀ ਇਹ ਓਨ ਕਰਦੇ ਹੈ, ਕਿਸੇ ਨੂੰ ਪਤਾ ਹੀ ਨਹੀਂ ਕਿ ਇੰਡੋ ਕੈਨੇਡੀਅਨ ਵੀ ਇਹ ਓਨ ਕਰਦੇ ਹੈ, ਕਿਸੇ ਨੂੰ ਇਹ ਗੱਲ ਪਤਾ ਹੀ ਨਹੀਂ ਕਿ ਜ਼ਿੰਗ ਵੀ ਇਹ ਓਨ ਕਰਦੇ ਹੈ, ਕਿਸੇ ਨੂੰ ਇਹ ਨਹੀਂ ਪਤਾ ਕਿ A to Z ਵੀ ਇਹ ਓਨ ਕਰਦੇ ਹੈ, ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਡੱਬ ਵਾਲੀ ਵੀ ਇਹ ਓਨ ਕਰਦੇ ਹੈ, ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਤਾਜ ਵੀ ਇਹ ਓਨ ਕਰਦੇ ਹੈ। ਕਿਉਂਕਿ ਵੱਖਰੇ ਵੱਖਰੇ ਰੰਗ ਹੈ ਤੇ ਵੱਖਰੀਆਂ ਵੱਖਰੀਆਂ ਗੱਲਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ। ਬਿਲਕੁਲ ਬੜਿੰਗ ਸਾਹਿਬ ਜੁਝਾਰ ਵਸਣ ਦੇ ਜਿਹੜੇ ਪਰਮਿਟ ਰੱਦ ਕੀਤੇ ਗਏ ਆ, ਜਿਹੜਾ ਸਟੇਟ ਦਾ ਫੈਸਲਾ, ਸਟੇਟ ਟ੍ਰਿਬਿਊਨਲ ਦਾ ਫੈਸਲਾ, ਇਹਦੇ ਬਾਰੇ ਪੰਜਾਬੀਆਂ ਨੂੰ ਜਿਹੜਾ ਤੁਸੀਂ ਇਹ ਸਟੇਟ ਹਾਂਜੀ ਸਟੇਟ ਜਿਹੜਾ ਸਟਾਰਟ ਇਟਸ ਅ ਟ੍ਰਿਬਿਊਨਲ, ਜਿਹੜਾ ਟਰਾਂਸਪੋਰਟ ਦਾ ਟ੍ਰਿਬਿਊਨਲ ਹੈ ਉਹਦਾ ਇਹ ਫੈਸਲਾ ਹੈ। ਕਿਉਂਕਿ ਇਹ ਹਾਈ ਕੋਰਟ 'ਚ ਗਏ ਸੀ ਪਹਿਲਾਂ ਇੱਕ ਵਿਅਕਤੀ। ਇਹ ਜੁਝਾਰ ਵਸਣ ਵਾਲੇ ਨੇ ਕਿੰਨੇ ਕਰੋੜ ਦਾ ਚੂਨਾ ਲਾਇਆ ਇਹਨਾਂ ਨੇ? ਅਗਰ ਆਲ ਟੂਗੇਦਰ ਇਸ ਫੈਸਲੇ ਦੀ ਗੱਲ ਕਰੀਏ ਕਿ ਇਹ 9.5 ਸਾਲਾਂ ਬਾਅਦ ਲਾਗੂ ਹੋਇਆ, ਮਤਲਬ 2012 'ਚ ਹੋਣਾ ਚਾਹੀਦਾ ਸੀ, 9.5 ਸਾਲ ਹੋ ਗਏ, ਯਾਨੀ ਕਿ 3470 ਦਿਨ ਬਣ ਲਏ 365 ਦੇ ਹਿਸਾਬ ਨਾਲ। ਤੇ ਸਾਨੂੰ 42 ਕਿਲੋਮੀਟਰ ਜਿਹੜਾ ਔਨ ਐਨ ਐਵਰੇਜ ਜਿਹੜਾ PRTC ਤੇ ਪਨਬਸ 42 ਰੁਪਏ ਦਾ ਸਾਨੂੰ ਪਰ ਕਿਲੋਮੀਟਰ ਰੈਵਨਿਊ ਆਉਂਦਾ ਹੈ। ਅਗਰ ਅਸੀਂ ਐਵਰੇਜ ਕੱਢ ਲਈਏ 42 ਰੁਪਏ ਪਰ ਕਿਲੋਮੀਟਰ ਰੈਵਨਿਊ ਆਉਂਦਾ ਹੈ। ਤੇ ਜੇ 42 ਰੁਪਏ ਇੰਟੂ 3470 ਦਿਨ ਜੋੜ ਦਈਏ ਤਾਂ ਇਜ਼ ਇਕੁਅਲ ਟੂ 1400 ਕਰੋੜ ਦਾ ਇਸ ਫੈਸਲਾ ਲਾਗੂ ਨਾ ਕਰਕੇ ਹੀ ਨੁਕਸਾਨ ਹੋ ਗਿਆ ਹੈ। 1400 CR ਦਾ ਨੁਕਸਾਨ ਹੋ ਗਿਆ। ਜੇ ਉਹੀ ਲੱਖ ਕਿਲੋਮੀਟਰ ਤੇ ਸਾਡੀਆਂ ਬੱਸਸ ਚੱਲਦੀਆਂ ਜਾਂ ਹੋਰ, ਉਹ ਸਾਨੂੰ ਰੈਵਨਿਊ ਆਉਣਾ ਸੀ, ਜਿੱਥੇ ਇਹਨਾਂ ਨੇ ਮੋਨੋਪਲਾਈਜ਼ ਕਰਕੇ ਆਪਦੀਆਂ ਦੱਬੀ ਤੇ ਦੇਖੇ ਕੰਮ। ਜੀ ਵੜਿੰਗ ਸਾਹਿਬ, ਇਸ ਕੌਨਫੀਡੈਂਸ ਦਾ ਕੀ ਰਾਜ਼ ਹੈ ਕਿ ਤੁਹਾਨੂੰ ਜਦੋਂ ਤੁਸੀਂ ਕੰਮ ਕਰ ਰਹੇ ਹੋ ਤੇ ਚੈਲੰਜ ਕਦਮ ਕਦਮ ਤੇ ਮਿਲਦੇ ਹੈ, ਤੇ ਅੱਜ ਵੀ ਜਦੋਂ ਕੇਬਲ ਵਾਲੀ ਗੱਲ ਹੋ ਰਹੀ ਸੀ ਉਹ ਕਹਿ ਰਹੇ ਨੋਟੀਫਿਕੇਸ਼ਨ ਦਿਖਾਓ, ਚੈਲੰਜ ਇਸ ਕੌਨਫੀਡੈਂਸ ਦਾ ਕੀ ਰਾਜ਼ ਹੈ? ਕੌਣ ਕਹਿ ਰਿਹਾ ਸੀਗਾ ਕਿ ਕੇਬਲ ਵਾਲੇ ਬੰਦੇ ਉੱਥੇ ਆਏ ਹੋਏ ਸੀ, ਉਹ ਕਹਿ ਰਹੇ ਸੀ ਕਿ ਨੋਟੀਫਿਕੇਸ਼ਨ ਦਿਖਾਵੇ ਸਰਕਾਰ 100 ਰੁਪਏ ਵਾਲਾ। ਹਜੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ 1 ਮਹੀਨਾ ਕੁ ਰਹਿ ਗਿਆ ਸਰਕਾਰ ਦਾ, ਇਸ ਕਰਕੇ ਥੋੜਾ ਜਿਹਾ ਉਤੇਜਨਾ 'ਚ ਬੋਲ ਰਹੇ ਨੇ। ਬਟ ਮੈਨੂੰ ਲੱਗਦਾ ਕਿ ਇਹ ਜਿਹੜੇ ਝੂਠੇ ਚੈਲੰਜਸ ਜਾਂ ਇਹੋ ਜਿਹੀਆਂ ਆਦਤਾਂ ਸੁਖਬੀਰ ਸਿੰਘ ਬਾਦਲ ਨੇ ਮਗਰਲੇ 10 ਸਾਲਾਂ 'ਚ ਪਾਈਆਂ ਉਹਨਾਂ ਲੋਕਾਂ ਨੂੰ, ਇਹ ਹੌਲੀ ਹੌਲੀ ਆਦਤਾਂ ਜਾਣੀਆਂ। ਕਿਉਂਕਿ ਸੁਖਬੀਰ ਸਿੰਘ ਬਾਦਲ ਜਿੱਥੇ ਜਾਂਦਾ ਕਿ ਮੈਂ ਇਹਦੇ ਅਫਸਰ ਦਾ ਨਾਮ ਡਾਇਰੀ 'ਚ ਲਿਖ ਲਿਆ, ਮੈਨੂੰ ਤਾਂ ਲੱਗਦਾ ਨਹੀਂ ਕਿ ਜਿਹੜੇ ਆਫੀਸਰਸ ਨੇ ਫੜ ਕੇ ਅੰਦਰ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਨੂੰ, ਉਹਨਾਂ ਦਾ ਕੀ ਕਰਤਾ ਸੁਖਬੀਰ ਸਿੰਘ ਬਾਦਲ ਨੇ। ਅਗਰ ਵਿਅਕਤੀ ਸੱਚਾ ਹੈ ਤਾਂ ਇਹੋ ਜਿਹੇ ਸੁਖਬੀਰ ਸਿੰਘ ਬਾਦਲ ਬਹੁਤ ਤੁਰੇ ਫਿਰਦੇ ਆ, ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ। ਅਗਰ ਪੈਸੇ ਤੇ ਤਾਕਤ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਬੜੀ ਤਾਕਤ ਰਹੀ, ਪਰ ਇਹਨਾਂ ਨੂੰ ਹਜਮ ਇਹ ਨਹੀਂ ਹੋ ਰਿਹਾ। ਮੈਂ ਕਿਸੇ ਪੁਲਿਸ ਵਾਲੇ ਕਰਮਚਾਰੀ ਨੂੰ ਕਿਹਾ ਜਿਹੜਾ ਰਿਟਾਇਰ ਹੋਣ ਦੇ ਕਿਨਾਰੇ ਸੀ, ਮੈਂ ਕਿਹਾ ਕਦੇ ਬਾਦਲ ਵਾਲਿਆਂ ਦੀ ਬੱਸ ਥਾਣੇ 'ਚ ਦੇਖੀ ਹੈ? ਕਹਿੰਦੇ ਸਰ ਮੈਂ ਕਦੇ ਆਪਦੀ ਜ਼ਿੰਦਗੀ 'ਚ 40 ਸਾਲਾਂ ਦੀ ਨੌਕਰੀ ਦੇ ਵਿੱਚ ਕਦੇ ਬਾਦਲ ਪਰਿਵਾਰ ਦੀ ਬੱਸ ਥਾਣੇ 'ਚ ਨਹੀਂ ਵੇਖੀ। ਮੈਂ ਕਿਹਾ ਕਦੇ ਚਲਾਨ ਕੱਟਿਆ ਉਹਨਾਂ ਦਾ? ਕਹਿੰਦੇ ਨਹੀਂ ਸਰ ਮੈਂ ਕਦੇ ਚਲਾਨ ਕੱਟ ਕੇ ਵੀ ਬਾਦਲ ਵਾਲੇ ਦੀ ਬੱਸ ਦਾ ਨਹੀਂ ਵੇਖਿਆ। ਤੇ ਮੈਂ ਕਿਹਾ ਹੁਣ? ਕਹਿੰਦਾ ਜੀ ਹੁਣ ਨਜ਼ਾਰਾ ਆ ਰਿਹਾ ਮੈਨੂੰ। ਈਵਨ ਜਿਹੜੇ ਲੋਕ ਇਹਨਾਂ ਦੀ ਬੱਸ 'ਚ ਬੈਠੇ ਹੁੰਦੇ ਆ, ਕੱਲ ਇੱਕ ਮੈਨੂੰ ਲੇਡੀ ਮਿਲੀ, ਮੈਂ ਸਬਵੇ ਖਾ ਰਿਹਾ ਸੀ ਰਾਸਤੇ ਦੇ ਵਿੱਚ ਇੱਥੋਂ ਰਾਜਪੁਰੇ ਕੋਲ, ਤੇ ਉੱਥੋਂ ਇੱਕ ਲੇਡੀ, ਦੋਨੇ ਮਾਂ ਬੇਟੀ ਸੀਗੀਆਂ, ਉਹ ਮੈਨੂੰ ਕਹਿੰਦੀਆਂ ਕਿ ਵੜਿੰਗ ਸਾਹਿਬ ਮੈਂ ਬਠਿੰਡੇ ਜਾ ਰਹੀ ਹਾਂ ਤੇ ਮੇਰੀ ਬੇਟੀ ਮੈਨੂੰ ਛੱਡਣ ਜਾ ਰਹੀ ਹੈ। ਮੈਂ ਵੈਸੇ ਤਾਂ ਜਿਹੜੀ ਵੋਲਵੋ ਤੇ ਆਉਂਦੀ ਸੀ ਤੇ ਅੱਜ ਵੋਲਵੋ ਹੁਣ ਬੰਦ ਹੋ ਗਈਆਂ ਤੇ ਮੈਨੂੰ ਮੇਰੀ ਬੇਟੀ ਛੱਡਣ ਜਾ ਰਹੀ ਹੈ, ਪਰ ਮੈਂ ਖੁਸ਼ ਬਹੁਤ ਹਾਂ। ਮੈਨੂੰ ਸੰਤੁਸ਼ਟੀ ਹੈ ਕਿ ਕਿਸੇ ਵਿਅਕਤੀ ਨੇ ਜਾਂ ਕਿਸੇ ਸਰਕਾਰ ਨੇ ਇਹ ਜ਼ੁਰਤ ਕੀਤੀ ਕਿ ਬਾਦਲ ਵਾਲਿਆਂ ਦੀ ਬੱਸ ਵੀ ਪੁਲਿਸ ਸਟੇਸ਼ਨ ਦੇ ਬਾਹਰ ਖੜ ਸਕਦੀ ਹੈ, ਜਿਹੜੇ ਕਿ ਨੋਰਮਸ ਦੀ ਉਲੰਘਣਾ ਕਰਨਗੇ। ਨਹੀਂ ਤਾਂ ਇਹ ਲੋਕਾਂ ਨੇ ਹਜ਼ਾਰਾਂ ਲੋਕ ਮਾਰ ਦਿੱਤੇ ਗਏ ਯਾਰ, ਹਜ਼ਾਰਾਂ ਬੱਚੇ ਮਾਰ ਗਏ। ਉਹ ਮੋਗਾ ਕਾਂਡ ਮੈਨੂੰ ਹਜੇ ਤੱਕ ਭੁੱਲਿਆ ਨਹੀਂ, ਉਹ ਚੰਨੂ ਕਾਂਡ ਹਜੇ ਤੱਕ ਭੁੱਲਿਆ ਨਹੀਂ ਹੈ, ਜਿੱਥੇ ਮਾਪਿਓ ਦੇ ਬੱਚਿਆਂ ਦੀਆਂ ਲਾਸ਼ਾਂ ਦਾ ਸੌਦਾ ਕੀਤਾ ਗਿਆ ਧੱਕੇ ਨਾਲ। ਉਹਨਾਂ ਨੂੰ ਕਿਹਾ ਜੀ ਆ ਲਓ 20 ਲੱਖ ਰੁਪਇਆ, ਤੁਹਾਡੀ ਧੀ ਸਾਡੇ ਤੋਂ ਮਰ ਗਈ ਹੈ, ਪਰ ਉਹਨੂੰ ਜਬਰੀ ਪੁਲਿਸ ਦੇ ਕਰਮਚਾਰੀਆਂ ਨੇ, ਵੱਡੇ ਵੱਡੇ ਆਫੀਸਰਾਂ ਨੇ ਬਹਾ ਕੇ ਉਹਦਾ ਹਜੇ ਅੰਤਿਮ ਸੰਸਕਾਰ ਨਹੀਂ ਹੋਇਆ ਸੀ, ਉਹਨੂੰ ਨੈਗੋਸ਼ੀਏਟ ਕੀਤਾ ਗਿਆ। ਇਸੇ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਮੋਗਾ ਕਾਂਡ ਤੁਸੀਂ ਦੇਖਿਆ ਹੋਣਾ, ਤੇ ਉਹਨੂੰ ਆਪਦੀ ਬੇਟੀ ਦਾ ਮਜਬੂਰਨ ਤੌਰ ਤੇ ਸੌਦਾ ਕਰਨਾ ਪਿਆ, ਜਿਹਨੂੰ ਅਣਗਹਿਲੀ ਦੇ ਨਾਲ ਇੱਕ ਕੰਡਕਟਰ ਨੇ ਧੱਕਾ ਮਾਰ ਕੇ ਉਹਦੀ ਸਭ ਕੁਝ
पूरा परिवार खत्म करता, उस तो बाद किसी ने पूछा भी नहीं होना उस परिवार ਨੂੰ। कैंडल मार्चेस होए होर होए, लेकिन किसी ने उस परिवार की चीख नहीं सुनी। और ਇਹੋ ਜਿਹੇ हज़ारों लोग ਇਹਨਾਂ ਦੀਆਂ ਬੱਸਾਂ ਦੇ ਥੱਲੇ ਆ ਕੇ ਇਹਨਾਂ ਲੋਕਾਂ ਨੇ ਮਾਰ ਦਿੱਤੇ ਗਏ, ਪਰ ਕਿਸੇ ਦੀ ਜ਼ਰੂਰਤ ਨਹੀਂ ਸੀ। ਮਰਨ ਤੋਂ ਬਾਅਦ ਘਰੇ ਜਾ ਕੇ ਉਹਨਾਂ ਦੀ ਜ਼ਮਾਨਤ ਲੈ ਲਈ ਜਾਂਦੀ ਸੀ, ਫਾਰਮੈਲਿਟੀ ਤੌਰ ਤੇ FIR ਕਰ ਦਿੱਤੀ ਜਾਂਦੀ ਸੀ। ਅਸੀਂ ਇਹ ਵੀ ਕਾਨੂੰਨ ਬਣਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜਾ ਬੱਸ ਦੇ ਥੱਲੇ ਕੋਈ ਵਿਅਕਤੀ ਐਸਾ ਹੋ ਜਾਂਦਾ, ਉਹਦਾ ਪੱਕੇ ਤੌਰ ਤੇ ਉਹਦਾ ਕੈਂਸਲੇਸ਼ਨ ਨਹੀਂ ਹੋਣੀ ਚਾਹੀਦੀ, ਜਾਂ ਰਾਜੀਨਾਮਾ ਨਹੀਂ, ਉਹਦਾ ਚਲਾਨ ਪੇਸ਼ ਹੋਣਾ ਚਾਹੀਦਾ ਜ਼ਰੂਰ। ਬ੍ਰਿਕ ਸਾਹਿਬ, ਤੁਹਾਡੇ ਡਰਾਈਵਰਾਂ ਦਾ ਹਜੇ ਤੱਕ ਬੀਮਾ ਨਹੀਂ ਹੈ, ਕਿਸੇ ਵੀ ਸਰਕਾਰੀ ਬੱਸ ਦੇ ਡਰਾਈਵਰ ਦਾ ਬੀਮਾ ਨਹੀਂ। ਜੇ ਕੁਝ ਵੀ ਹੋ ਜਾਂਦਾ ਤਾਂ ਕੋਈ ਉਹਨਾਂ ਦਾ ਮਾਲੀ ਵਾਰਸ ਨਹੀਂ। ਨੰਬਰ 1। ਨੰਬਰ 2, ਟਰਾਂਸਪੋਰਟ ਮਾਫੀ ਦੀ ਤਾਂ ਚਲੋ ਤੁਸੀਂ ਨੱਥ ਪਾ ਲਈ ਇੱਧਰਲੇ ਪਾਸੇ ਬੱਸਾਂ ਵਾਲੇ ਤੇ, ਆ ਟਿੱਪਰ ਜਿਹੜੇ ਰੇਤ ਮਾਫੀ ਵਾਲੇ ਨੇ, ਇਹ ਸਾਰੀ ਦਿਨ ਰਾਤ ਮਾਨਸ਼ਾਹੀਆ ਸਾਹਿਬ ਛੋਟੇ ਛੋਟੇ ਜਿੰਨੇ ਵੀ ਟਿੱਪਰ ਵਾਲੇ ਆ ਨਾ, ਇਹਨਾਂ ਦਾ ਤਾਂ ਇਹ ਛੋਟੀਆਂ ਛੋਟੀਆਂ ਮੱਛੀਆਂ ਮੈਂ ਜਦੋਂ ਮਰਜ਼ੀ ਫੜ ਲਾਂਗੇ, ਪਰ ਮੇਰਾ ਧਿਆਨ ਵੱਡੇ ਮਗਰਮੱਛਾਂ ਵੱਲ ਸੀ। ਮੇਰੇ ਕੋਲੇ 60 ਦਿਨ ਦਾ ਤੁਸੀਂ ਮੈਨੂੰ ਮੌਕਾ ਦਿੱਤਾ ਹੈ। 60 ਦਿਨਾਂ ਦੇ ਵਿੱਚ ਪਹਿਲਾਂ ਮੈਂ ਸੋਚਿਆ ਕਿ ਮਗਰਮੱਛਾਂ ਨੂੰ ਜਿਨ੍ਹਾਂ ਨੂੰ ਕੋਈ ਮਾਰ ਹੀ ਨਹੀਂ ਸਕਦਾ, ਪਹਿਲਾਂ ਇਹਨਾਂ ਨੂੰ ਸਿੱਟ ਲਈਏ। ਇਹਨਾਂ ਮੱਛੀਆਂ ਨੂੰ ਤਾਂ ਇਹ ਆਪਣੇ ਆਪ ਜਦੋਂ ਮਗਰਮੱਛ ਮਾਰ ਲਏ ਤਾਂ ਮੱਛੀਆਂ ਉਹਨਾਂ ਨੂੰ ਵੇਖ ਕੇ ਭੱਜ ਜਾਣਗੀਆਂ। ਸੋ ਇਸ ਕਰਕੇ ਕਿਰਪਾ ਕਰਕੇ ਤੁਸੀਂ ਦੇਖੋ ਕਿ 2 ਮਹੀਨਿਆਂ ਦੇ ਅੰਦਰ ਅੰਦਰ फैसले 12-12 साल पेंडिंग फैसले, स्टैट कोर्ट, इंटेग्रल कोचेज, ये सब लड़ाइयाँ सुप्रीम कोर्ट तक केसेस पहुंच गए। ਮਾਫੀ ਹੈਗਾ ਇਹ ਟਿੱਪਰ, ਛੋਟੇ ਟਿੱਪਰ ਨਹੀਂ ਕਿਸੇ ਆਮ ਲੋਕਾਂ ਦੇ ਨਹੀਂ ਚੱਲਦੇ, ਇਹ ਸਿਰਫ ਤੁਹਾਡੇ ਜਾਂ ਅਕਾਲੀਆਂ ਦੇ, ਕਾਂਗਰਸੀਆਂ ਦੇ, ਹੋਰ ਲੀਡਰਾਂ ਦੇ। मैं तो एक ही गल कह सकता मानशेर साहब, मैं रात ਨੂੰ ਵਿਹਲਾ ਹੁੰਦਾ, ਕਿਸੇ ਦਿਨ ਤੁਸੀਂ ਕੈਮਰਾ ਲੈ ਕੇ ਆ ਜਾਓ, ਜਿਹੜਾ ਟਿੱਪਰ ਕਹੋਗੇ, ਜਿਹੜੇ ਕਾਂਗਰਸੀ ਦਾ ਤੁਹਾਨੂੰ ਟਿੱਪਰ ਲੱਗਦਾ ਹੈ, ਪਹਿਲਾਂ ਕਾਂਗਰਸੀ ਦਾ ਫੜਾਂਗੇ। ਮੈਂ तमाम ਮੀਡੀਆ ਨੂੰ ਇਹ ਗੱਲ ਕਹਿਣਾ, ਤੁਹਾਨੂੰ ਇਹ ਲੱਗਦਾ ਕਿ ਕਿਸੇ ਕਾਂਗਰਸੀ ਦਾ ਟਿੱਪਰ ਚੱਲਦਾ ਹੈ, ਬਿਲਕੁਲ ਹੋ ਸਕਦਾ ਚੱਲਦਾ ਹੋਵੇ, ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ। ਜੇ ਚੱਲਦਾ ਹੈ ਪਲੀਜ਼ ਕੈਮਰਾ ਤੇ ਆਪਦਾ ਉਹ ਨਾਲ ਲਓ ਤੇ ਆਪਾਂ ਅੱਜ ਹੀ ਰਾਤ ਚੱਲਦੇ ਹਾਂ। ਮੈਨੂੰ ਵੀ ਰਾਤ ਨੂੰ ਨਾਲੇ ਆਪਾਂ ਭਾਲਦੇ ਹਾਂ ਕੋਈ ਨਾ ਕੋਈ, ਪਰ ਕਈ ਵਾਰੀ ਹੁੰਦਾ ਕਿ ਸਾਡੇ ਤੇ ਆਪੋਜੀਸ਼ਨ ਇਸ ਤਰ੍ਹਾਂ ਦੇ ਇਲਜ਼ਾਮਾਤ ਲਾ ਦਿੰਦੀ ਹੈ। ਕੋਈ ਹੋਏਗਾ, एक गंदी मछली भी होती है जिहड़ी सारे तालाब नूं गंदा कर देंदी है, और अगर ऐसी कोई गंदी मछली है जिहड़ा टिप्पर चल रहा है फड़ सकते, तुसीं मेरी मदद करो, आपां फड़ लांगे। ਚੱਲੋਗੇ ਕਈ ਵਾਰ ਫੋਨ ਚੱਕਦੇ ਨਹੀਂ ਅੱਜਕੱਲ ਤੁਸੀਂ। हाँ, मैं इंटरव्यू वास्ते नहीं चकदा, पर जे इहो जिहा काम है तो हुणे ही चलदे हैं। ਆ ਚੱਲੀਏ ਆ ਚੱਲਦੀ ਹੈ पक्का डन। ਇਕੱਠੇ ਲੈ ਚੱਲਣਾ ਸਾਰੇ। ਬਹੁਤ ਕੁਝ ਐਸਾ ਹੋਣ ਲੱਗ ਗਿਆ ਕਿ ਜਿਵੇਂ ਤੁਸੀਂ ਛਾਪੇ ਕਰਨ ਲੱਗ ਗਏ ਤਾਂ ਬੜਾ ਚੰਗਾ ਲੱਗਦਾ ਵੀ ਹਨਾ ਵੀ ਸਰਕਾਰ ਸਾਡੇ ਵਿੱਚ ਬਦਲ ਕੇ ਆ ਗਈ। ਵੈਸੇ ਚਲੋ ਕੈਪਟਨ ਸਾਹਿਬ ਵੀ ਤੁਹਾਡੇ ਸੀ, ਪਰ ਤੁਸੀਂ 4.5 ਸਾਲ ਬਾਅਦ ਬੋਲੇ, ਚਲੋ ਚੰਗਾ ਲੱਗਿਆ। ਸੀਐਮ ਚੰਨੀ ਕਹਿੰਦੇ ਨੇ ਕਿ ਮੈਂ ਆਮ ਘਰਾਂ ਦੇ ਵਿੱਚੋਂ ਉੱਠਿਆ ਹੋਇਆ। ਅੱਜ ਮੁੱਖ ਮੰਤਰੀ ਚੰਨੀ ਨੇ ਪੰਜਾਬ ਯੂਨੀਵਰਸਿਟੀ ਪਟਿਆਲੇ ਜਾਣਾ ਸੀਗਾ। ਉੱਥੇ ਪਟਿਆਲੇ ਜਾਣ ਤੋਂ ਪਹਿਲਾਂ 300 ਜਿਹੜੇ ਮੁੰਡੇ ਸੀ ਉਹ ਜਿਹੜੇ ਬਾਹਰ ਦੇ ਭਰਤੀ ਕੀਤੇ, ਉਹ ਮਸਲੇ ਨੂੰ ਲੈ ਕੇ ਉੱਥੇ ਇੱਕ ਨੌਜਵਾਨ ਲੱਖਾ ਸਧਾਣਾ ਨੂੰ ਮਿਲਣ ਲਈ ਆਇਆ। ਉਹ ਹਜੇ ਚੰਨੀ ਜੀ ਉੱਥੇ ਪਹੁੰਚੇ ਨਹੀਂ ਸੀ, ਲੱਖਾ ਸਧਾਣਾ ਨੂੰ ਐਸਐਸਪੀ ਪਟਿਆਲਾ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ। ਇਹੋ ਜਿਹੀ ਚੀਜ਼ਾਂ ਅਸੀਂ ਆਮ ਘਰਾਂ ਦੇ ਉੱਠੇ ਹੋਏ ਬੰਦੇ ਤੋਂ ਐਕਸਪੈਕਟ ਨਹੀਂ ਕਰਦੇ, ਜਾਂ ਤਾਂ ਚੰਨੀ ਸਾਹਿਬ ਨੂੰ ਪਤਾ ਹੀ ਨਹੀਂ ਹੁੰਦਾ ਕਿ ਪੁਲਿਸ ਉੱਥੇ ਆ ਰਹੀ ਹੈ, ਜਾਂ ਤੁਹਾਡੇ ਮੰਤਰੀਆਂ ਨੂੰ ਕਿ ਪੁਲਿਸ ਉੱਥੇ ਪਹਿਲਾਂ ਕੁਝ ਇਹੋ ਜਿਹੀਆਂ ਕਾਰਵਾਈਆਂ ਕਰ ਰਹੀ ਹੈ। ਸੋ ਜੇ ਅਗਰ ਅਸੀਂ ਕਹਿੰਦੇ ਵੀ ਅਸੀਂ ਆਮ ਘਰਾਂ ਚ ਉੱਠੇ ਹੋਏ ਹਾਂ, ਜਾਂ ਅਸੀਂ ਕਹਿੰਦੇ ਵੀ ਅਸੀਂ ਤੁਹਾਡੇ ਲੋਕ ਹੈ ਜਿਵੇਂ ਤੁਸੀਂ ਕੰਮ ਕਰ ਰਹੇ ਹੋ ਜੀ, ਤਾਂ ਉਹਦੇ ਤਰੀਕੇ ਨਾਲ ਇਹੋ ਜਿਹੀ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ, ਜਿਵੇਂ ਲੱਖੇ ਸਧਾਣੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂ ਹੋਰ ਲੋਕਾਂ ਨੂੰ ਏਦਾਂ। देखो जी मेरी बेनती है कि हर चीज़ ਨੂੰ ਜੇ ਪੋਲੀਟੀਕਲਾਈਜ਼ ਕਰਾਂਗੇ ਤਾਂ ਫਿਰ ਉਹਨੂੰ ਹਰ ਚੀਜ਼ ਦੇ 2 ਅਰਥ ਨਿਕਲ ਜਾਂਦੇ। ਜਿਵੇਂ ਹੁਣ ਇੱਥੇ ਲੋਕ ਕਹੀ ਜਾਂਦੇ, ਸਮ ਆਫ them they are saying, ਅਕਾਲੀ ਦਲ ਦੇ ਲੋਕ ਕਹੀ ਜਾਂਦੇ ਇਟਸ ਅ ਵੈਂਡੇਟਾ। ਤੁਸੀਂ ਦੱਸ ਦਿਓ ਕਿ 14 ਕਰੋੜ ਰੁਪਇਆ ਭਰਾਉਣਾ ਇਹ ਵੈਂਡੇਟਾ ਹੈ? ਲੋਕ ਵੀ ਕਹੀ ਜਾਂਦੇ ਆ, ਉਹ ਕੋਰਟ 'ਚ ਵੀ ਜਾ ਕੇ ਕਹੀ ਜਾਂਦੇ, ਉਹਨਾਂ ਦੇ ਵਕੀਲ ਵੀ ਵੱਡੇ ਵੱਡੇ ਕਹੀ ਜਾਂਦੇ ਕਿ ਰਾਜਾ ਵੜਿੰਗ ਨੇ ਵੈਂਡੇਟਾ ਕਰਤਾ ਬਈ, ਤੇ ਕਈ ਉਹਨਾਂ ਦਾ ਪੱਖ ਰੱਖਣ ਵਾਲੇ ਕਹੀ ਜਾਂਦੇ ਸੇਮ। ਉਹ ਲੱਖਾ ਸਧਾਣਾ ਜਾਂ ਜੋ ਵੀ ਉੱਥੇ ਵਿਅਕਤੀ ਗਿਆ, ਇਹ ਪੁਲਿਸ ਪ੍ਰਸ਼ਾਸਨ ਯਾਰ ਅਲਟੀਮੇਟਲੀ ਹੀ ਇਜ਼ ਅ ਚੀਫ ਮਿਨਿਸਟਰ। ਕੀ ਗੱਲ ਕੋਈ ਹਾਦਸਾ, ਇਹੋ ਜਿਹੇ ਹਾਦਸੇ ਜਦੋਂ ਮੌਬ ਹੁੰਦਾ ਹੈ, ਉਹ ਕਈ ਵਾਰੀ ਬੜੇ ਬੜੇ ਖਤਰਨਾਕ ਹਾਦਸੇ ਹੋਏ ਇਸ ਦੇਸ਼ ਦੇ ਅੰਦਰ। ਤੁਹਾਡੇ ਸਾਹਮਣੇ ਸੈਕਟਰੀਏਟ 'ਚ ਤਾਂ ਰੋਜ਼ ਵਿਅਕਤੀ ਜਾਂਦੇ, ਪਰ ਇੱਕ ਦਿਨ ਉਹ ਵੀ ਸੀ ਜਿਹਦੇ ਸਰਦਾਰ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ। ਇਨਸੀਡੈਂਟ ਕਿੱਥੇ ਹੋ ਜਾਣਾ, ਕਿਦੋਂ ਹੋ ਜਾਣਾ, ਇਹ ਸਿਕਿਉਰਿਟੀ ਦਾ ਮਸਲਾ ਹੈ। ਇਹਦੇ ਵਿੱਚ ਚੰਨੀ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ। ਹੁਣ ਚੰਨੀ ਸਾਹਿਬ ਕਈ ਵਾਰੀ ਸੀ ਸਿਕਿਉਰਿਟੀ ਤੋੜ ਕੇ ਵੀ ਚਲੇ ਜਾਂਦੇ। ਬਹੁਤ ਸੇ ਲੋਕ, ਰਾਜੀਵ ਗਾਂਧੀ ਦੇ ਜਦੋਂ ਹਾਦਸਾ ਹੋਇਆ, ਉਹ ਸਿਕਿਉਰਿਟੀ ਦਾ ਘੇਰਾ ਤੋੜ ਕੇ ਚਲੇ ਗਏ, ਤੇ ਇੱਕ ਔਰਤ ਉਹਨਾਂ ਦੇ ਗਲ ਵਿੱਚ ਹਾਰ ਪਾਉਣ ਆ ਰਹੀ ਸੀ, ਤੇ ਜਿਹੜੀ ਕਿ ਹਿਊਮਨ ਬੰਬ ਸੀ। ਸੋ ਇਹ ਸਿਕਿਉਰਿਟੀ ਨਹੀਂ ਵੇਖਣਾ ਕਿ ਗ੍ਰਿਫਤਾਰੀ ਉੱਥੇ ਕੋਈ ਹਾਦਸਾ ਹੋ ਸਕਦਾ ਸੀ। ਚੰਨੀ ਸਾਹਿਬ ਆਮ ਵਿਅਕਤੀ ਹੈ, ਆਮ ਲੋਕਾਂ ਦਾ ਬੰਦਾ ਹੈ, ਔਰ ਮੈਨੂੰ ਨਹੀਂ ਲੱਗਦਾ ਕਿ ਚੰਨੀ ਸਾਹਿਬ ਤਾਂ ਕੋਈ ਵੀ ਹੱਥ ਦੇ ਕੇ ਉਹਨਾਂ ਦੀ ਕਾਰ ਰੋਕ ਲੈਂਦਾ।
ਐਸੀ ਕੋਈ ਗੱਲ ਨਹੀਂ। ਵੜਿੰਗ ਸਾਹਿਬ ਦਿੱਲੀ 에ਅਰਪੋਰਟ ਦੇ ਉੱਤੇ ਬਾਰ-ਬਾਰ ਮਸਲਾ ਉੱਠਿਆ ਹੈ, ਬੱਸਾਂ ਉੱਥੇ ਤੁਹਾਡੀਆਂ ਜਾਂਦੀਆਂ ਨਹੀਂ, ਕੀ ਉੱਥੇ ਧਰਨਾ ਧੁਰਨਾ ਲਾਉਣ ਦਾ ਕੋਈ ਪ੍ਰੋਗਰਾਮ ਹੈ ਕੇਜਰੀਵਾਲ ਜੀ ਦਾ ਤੁਹਾਡਾ? ਧਰਨਾ ਤੁਰਨਾ ਤਾਂ ਹਜੇ ਤਾਈਂ ਕੋਈ ਵਿਉਂਤ ਬਣਾਈ ਨਹੀਂ ਜੀ, ਲੇਕਿਨ ਇਹ ਜ਼ਰੂਰ ਹੈ ਕਿ ਇੱਥੇ ਆ ਕੇ ਕੇਜਰੀਵਾਲ ਸਾਹਿਬ ਬਹੁਤ ਵੱਡੀਆਂ ਗੱਲਾਂ ਕਰਦੇ ਆ। ਤੁਸੀਂ, ਤੁਹਾਡਾ ਵੀ ਫਰਜ਼ ਬਣਦਾ ਕਿ ਰੋਜ਼ ਕੇਜਰੀਵਾਲ ਸਾਹਿਬ ਅੱਜ ਕੱਲ੍ਹ ਇੱਥੇ ਆ ਰਹੇ, ਤੁਸੀਂ ਉਹਨਾਂ ਨੂੰ ਪੁੱਛ ਲਓ ਕਿ ਐਸੀ ਕੀ ਕਮੀ ਹੈ ਪੰਜਾਬ ਰੋਡਵੇਜ਼ ਦੀ ਵੋਲਵੋ ਬੱਸ ਦੇ ਅੰਦਰ ਜਿਹੜੀ 에ਅਰਪੋਰਟ ਤੇ ਨਹੀਂ ਜਾ ਸਕਦੀ, ਤੇ ਐਸੀ ਕੀ ਖਾਸੀਅਤ ਹੈ ਬਾਦਲ ਦੀ ਬੱਸ ਦੇ ਅੰਦਰ ਇੰਡੋ ਕੈਨੇਡੀਅਨ ਦੇ ਜਿਹੜੀ 에ਅਰਪੋਰਟ ਜਾ ਸਕਦੀ ਹੈ। ਇਹ ਤੁਸੀਂ ਸਵਾਲ ਕਰ ਲਓ ਕਿ ਐਸੀ ਕੀ ਚੀਜ਼ ਹੈ ਉਸ ਬੱਸ ਦੇ ਅੰਦਰ ਤਾਂ ਜੋ ਸਾਨੂੰ ਵੀ ਤੁਹਾਨੂੰ ਪਤਾ ਲੱਗ ਜੇ, ਅਸੀਂ ਉਹ ਇੰਸਟਾਲ ਕਰਾ ਲਈਏ। ਉਹਦੇ ਵਿੱਚ ਇੱਕ ਹੀ ਖਾਸੀਅਤ ਹੈ ਕਿ ਕੁਝ ਇਸ ਸਰਕਾਰ ਦੇ ਲੋਕ ਤੇ ਪੁਰਾਣੇ, ਕਿਉਂਕਿ ਇਹ ਅਮੀਰ ਪੁਰਾਣੇ ਵੱਡੇ ਰਜਵਾੜੇ 2800 ਰੁਪਿਆ ਜਲੰਧਰ ਤੋਂ ਚੱਕ ਕੇ 에ਅਰਪੋਰਟ ਤੱਕ ਦਾ ਲੈਂਦੇ ਹੈ ਇੱਕ ਸਵਾਰੀ ਦਾ। ਪ੍ਰਾਈਵੇਟ ਬੱਸਿਸ ਨੂੰ ਜਾਣ ਦਿੱਤਾ ਜਾਂਦਾ ਹੈ, ਸਾਡੀ ਬੱਸ ਸਟੈਂਡ ਤੇ ਰੋਕ ਲਈ ਜਾਂਦੀ ਹੈ। ਔਰ ਮੈਂ ਚਿੱਠੀਆਂ ਵੀ ਲਿਖੀਆਂ, ਇਸ ਦੇ ਬਾਵਜੂਦ ਵੀ ਉਹਨਾਂ ਨੇ ਮੁਨਾਸਿਬ ਨਹੀਂ ਸਮਝਿਆ ਕਿ ਮੈਂ ਕਿਸੇ ਚੀਜ਼ ਦਾ ਜਵਾਬ ਦੇ ਦੇਵਾਂ। 2 ਵਾਰੀ ਚਿੱਠੀ ਲਿਖਤੀ, ਉਸ ਤੋਂ ਪਹਿਲਾਂ ਵੀ ਮਿਨਿਸਟਰ ਸਾਹਿਬਾਨਾਂ ਨੇ ਚਿੱਠੀਆਂ ਲਿਖੀਆਂ, ਲੇਕਿਨ ਕੋਈ ਜਵਾਬ ਨਹੀਂ ਆਇਆ। ਪਰ ਠੀਕ ਹੈ, ਕੋਈ ਨਾ ਕੋਈ ਤਾਂ ਜ਼ਰੂਰ ਅਸੀਂ ਇਹਦਾ ਹੀਲਾ ਵਸੀਲਾ ਕਰਾਂਗੇ। ਅੱਛਾ, ਡਿੰਪੀ ਜੀ ਕਹਿੰਦੇ ਕਿ ਰਾਜਾ ਜੀ ਸਾਡੇ ਹਲਕੇ ਦੇ ਵਿੱਚ ਸਿਆਸੀ ਵਿਰੋਧੀ ਹੋਣ ਕਰਕੇ ਕੁਝ ਨਿੱਜੀ ਚੀਜ਼ਾਂ ਦੇ ਕਰਕੇ ਵੀ ਸਾਡੇ ਨਾਲ ਵਿਰੋਧ ਕਰ ਮੈਂ ਯਾਰ ਤੁਹਾਨੂੰ ਇਹ ਪੁੱਛ ਰਿਹਾ, ਬਾਦਲ ਨਾਲ ਵੀ ਮੈਂ ਚੁਣਾਵ ਲੜਿਆ ਯਾਰ, ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਦੱਸ ਦਿਓ ਕਿ ਅਗਰ ਟੈਕਸ ਜਿਹੜਾ ਬੰਦੇ ਦਾ, ਪਹਿਲਾਂ ਤਾਂ ਤੁਸੀਂ ਇਹ ਦੱਸੋ ਯਾਰ 14 ਕਰੋੜ ਰੁਪਇਆ ਸਾਡੀ ਸਰਕਾਰ ਨੇ ਬਾਦਲ ਵਾਲਿਆਂ ਦਾ ਮਾਫ ਕਰਤਾ, ਤੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਦਾ 4 ਕਰੋੜ ਰੁਪਇਆ ਮਗਰਲੀ ਸਰਕਾਰ ਨੇ ਮਾਫ ਕਰਤਾ। ਸਾਡੀ ਸਰਕਾਰ ਨੇ ਟੈਕਸ ਵੇਵ ਆਫ ਕਰਤਾ, 4 ਕਰੋੜ ਇੱਕ ਬੰਦੇ ਦਾ ਤੇ 14 ਕਰੋੜ ਇੱਕ ਬੰਦੇ ਦਾ ਕਰੋਨਾ ਕਾਲ ਦੇ ਵਿੱਚ। ਤੇ ਤੁਹਾਨੂੰ ਅਸੀਂ ਕਿਸੇ ਨੂੰ ਹੋਰ ਵਿਅਕਤੀ ਨੂੰ ਪੰਜਾਬ 'ਚ ਕਰੋਨਾ ਦੀ 1 ਰੁਪਏ ਦੀ ਰਾਹਤ ਨਹੀਂ ਦਿੱਤੀ। 14 ਕਰੋੜ ਤੇ 4 ਕਰੋੜ ਮਾਫ ਹੋਣ ਦੇ ਬਾਵਜੂਦ ਵੀ ਤੁਸੀਂ ਟੈਕਸ ਨਾ ਭਰੋ ਅਗਲੇ ਸਾਲ ਦਾ, ਇਹ ਗੁਨਾਹ ਨਹੀਂ ਹੈ? ਤੇ ਜੇ ਉਹਨੂੰ ਸਸਪੈਂਡ ਕਰਤਾ ਤਾਂ ਤੁਸੀਂ ਮੈਨੂੰ ਦੱਸ ਦਿਓ ਕਿ ਇਹ ਵੈਂਡੇਟਾ ਪੋਲਿਟਿਕਸ ਹੈ ਕਿ ਔਨ ਮੈਰਿਟ ਕੀਤਾ ਹੈ? ਵੜਿੰਗ ਸਾਹਿਬ ਅਫਸਰਸ਼ਾਹੀ ਦੇ ਖਿਲਾਫ ਕਦੋਂ ਕਾਰਵਾਈ ਕਰ ਰਹੇ ਹੋ ਜਿਹੜੀ ਬਾਬਰਾਂ ਨੂੰ ਮਿਲੀ ਹੋਈ ਹੈ? ਸਰ ਉਹ ਤੁਹਾਨੂੰ ਕੱਲ ਹੀ ਦੱਸਿਆ ਸੀ ਕਿ ਜਲਦੀ ਉਹਨੂੰ ਬਣਾ ਲਿਆ ਗਿਆ ਹੈ ਕਿ ਉਹਦਾ ਜਿਹੜਾ ਤਾਣਾ ਬਾਣਾ ਤੇ ਕਰ। ਕੈਪਟਨ ਸਾਹਿਬ ਕਹਿੰਦੇ 40 ਵਿਧਾਇਕ ਉਹਨਾਂ ਦੇ ਨਾਲ ਆ ਤੇ ਕੇਜਰੀਵਾਲ ਕਹਿੰਦੇ ਆ ਕਿ 25 ਉਹਨਾਂ ਦੇ ਨਾਲ ਆ, ਤੁਹਾਡੇ ਕੋਲੇ 52 ਰਹਿ ਗਏ ਗਾਂ ਇਲੈਕਸ਼ਨਾਂ ਵਿੱਚ। ਹਾਂ ਤੇ 52 ਸਾਨੂੰ ਮੁੱਕਦੇ ਨਹੀਂ ਹੈ ਯਾਰ, ਕਿਉਂ ਚਿੰਤਾ ਕਰ ਰਹੇ ਹੈ? ਇਹ ਤਾਂ ਟਾਈਮ ਦੱਸੂਗਾ ਨਾ ਕੈਪਟਨ ਸਾਹਿਬ ਨਾਲ ਕਿੰਨੇ ਹੈ ਤੇ ਕੇਜਰੀਵਾਲ ਸਾਹਿਬ ਨਾਲ ਕਿੰਨੇ ਹੈ। ਜਿਨ੍ਹਾਂ ਦੀਆਂ ਟਿਕਟਾਂ ਅਨਾਉਂਸ ਕਰਤੀਆਂ ਉਹ ਵੀ ਸਾਡੇ ਨਾਲ ਆ ਰਹੇ ਨੇ। ਤੁਸੀਂ ਦੇਖਿਓ ਹੁੰਦਾ ਕੀ ਆਗੇ ਦੇਖੋ ਹੋਤਾ ਕਿਆ, ਕੇਜਰੀਵਾਲ ਸਾਹਿਬ ਨੂੰ ਨਾਲੇ ਪਤਾ ਲੱਗ ਜਾਏਗਾ। ਦੂਜੀ ਵਾਰੀ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਸ਼ੀਸ਼ਾ ਦਿਖਾ ਦੇਣਗੇ 2022 ਦੀਆਂ ਚੋਣਾਂ ਦੇ ਅੰਦਰ। ਉਹਨੂੰ ਘਬਰਾਹਟ ਹੋ ਰਹੀ ਹੈ ਕੇਜਰੀਵਾਲ ਸਾਹਿਬ ਨੂੰ ਕਿ ਕੋਈ ਮੁੱਦਾ ਹੀ ਨਹੀਂ ਛੱਡਿਆ, ਚੰਨੀ ਸਾਹਿਬ ਨੇ ਕੋਈ ਮੁੱਦਾ ਨਹੀਂ ਛੱਡਿਆ। ਵੜਿੰਗ ਸਾਹਿਬ, ਕਵਰ ਸੰਧੂ ਕਦੋਂ ਆ ਰਹੇ? ਕੱਲ ਮੀਟਿੰਗ 'ਚ ਸੀਗੇ, ਤੁਸੀਂ ਵੀ ਉਸ ਮੀਟਿੰਗ 'ਚ ਸੀਗੇ। ਇੱਕ ਕਵਰ ਸੰਧੂ ਥੋੜੀ ਹੈ ਯਾਰ, ਪਤਾ ਨਹੀਂ ਕੌਣ ਆ ਰਿਹਾ ਹੈ। ਔਰ ਮੈਨੂੰ ਲੱਗਦਾ ਕਿ ਬਿਲਕੁਲ ਕਲੀਨ ਬੋਲਡ ਕਰ ਰਹੇ ਹਨ। ਤੁਸੀਂ ਦੇਖਿਓ ਹੁੰਦਾ ਕੀ, ਮੈਨੂੰ ਤਾਂ ਇਹ ਡਰ ਹੈ ਕਿ ਕਈ ਪੱਤਰਕਾਰ ਭਰਾ ਵੀ ਕਹਿ ਰਹੇ ਕਿ ਅਸੀਂ ਇਸ ਵਾਰੀ ਚੰਨੀ ਸਾਹਿਬ ਦੀ ਅਗਵਾਈ ਦੇ ਵਿੱਚ ਚੁਣਾਵ ਲੜਨਾ ਹੈ। ਸਰ ਕੇਜਰੀਵਾਲ ਤਾਂ ਕਹਿੰਦੇ ਜੀ ਕਈ ਐਮਐਲਏ 50 ਦੇ ਲਗਭਗ ਐਮਐਲਏ ਨੇ ਜਿਹੜੇ ਸਾਡੇ ਵੱਲ ਆਉਣ ਚਾਹੁੰਦੇ। ਹੁਣ ਕੇਜਰੀਵਾਲ ਸਾਹਿਬ ਕੀ ਕਹਿੰਦੇ ਆਪਾਂ ਹੁਣ ਬਹੁਤਾ ਨਾ ਜਾਈਏ, ਉਹ ਪਤਾ ਲੱਗ ਜਾਏਗਾ ਕੀ ਹੈ। ਥੈਂਕ ਯੂ ਜੀ। ਚੰਨੀ ਸਾਹਿਬ ਦੀ ਅਗਵਾਈ 'ਚ 2022 ਦੇ ਚੋਣਾਂ ਲੜੀਆਂ ਜਾਣਗੀਆਂ ਜੀ ਫਿਰ? ਕਾਂਗਰਸ ਪਾਰਟੀ ਦੀ ਅਗਵਾਈ ਦੇ ਵਿੱਚ, ਚੰਨੀ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਅਗਵਾਈ ਦੇ ਵਿੱਚ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਪੰਜਾਬ ਦੀਆਂ ਚੋਣਾਂ ਲੜੀਆਂ ਜਾਣਗੀਆਂ।